ਕਰਤੈ ਖੇਲ ਰਚਾਇਆ। ਜਾ ਤਿਸ ਭਾਣਾ ਤਾ ਜਮਿਆ, ਪਰਵਾਰ ਭਲਾ ਭਾਇਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਏ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਕਹੈ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਨਿਭ ਲਾਗੀ ਤਿਨੀ ਵਿਚੇ ਮਾਇਆ ਪਾਇਆ। ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਈ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਈ। ਹੋਵੈ ਸਿਫਤ ਖਸਮ ਦੀ, ਨੂਰ ਅਰਸ਼ੋਂ ਪੁਰਸ਼ੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਸਜਣ ਸਚਾ ਪਾਤਸ਼ਾਹ, ਸਿਰ ਸ਼ਾਂਦ ਸ਼ਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੀਸਾ। ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਘਰ ਦੂਜਾ। ਮਾਤ ਗਰਭ ਮਹਿ ਆਪਨ ਸਿਮਰਨ ਦੀ, ਤਹਿ ਤੁਮ ਰਾਖਨ ਹਾਰੀ। ਪਾਵਕ ਸਾਗਰ ਅਥਾਹ ਲਹਿਰ ਮਹਿ, ਤਾਰਹੁ ਤਾਰਨ ਹਾਰੀ। ਮਾਧੋ ਤੂੰ ਠਾਕੁਰ ਸਿਰ ਮੋਰਾ, ਇਹਾਂ ਉਹਾਂ ਤੁਹਾਰੋ ਤੋਰਾ। ਰਹਾਉ ਕੀਤੇ ਕਉ ਮੇਰੇ ਸੰਮਾਨੈ, ਕਰਨਹਾਰ ਤ੍ਰਿਣ ਜਾਣੈ। ਤੂੰ ਦਾਤਾ ਮੰਗਨ ਕਉ ਸਗਲੀ, ਦਾਨ ਦੇ ਪ੍ਰਭ ਭਾਨੈ। ਖਿਨ ਮੈਂ ਅਵਰ ਖਿਨੈ ਮੈਂ ਅਵਰਾ, ਅਚਰਜ ਚਲਤ ਤੁਮਾਰੀ। ਰੂੜੋ ਗੂੜੋ ਗੈਰ ਗੰਭੀਰੋ, ਊਚੋ ਅਗਮ ਅਪਾਰੀ। ਸਾਧ ਸੰਗ ਜਾਉ ਤੁਮੈ ਮਿਲਾਇਓ, ਤਉ ਸੁਣੀ ਤੁਮਾਰੀ ਬਾਣੀ। ਅਨੰਦ ਭਇਆ ਪੇਖਤ ਹੀ ਨਾਨਕ, ਪਰਤਾਪ ਪੁਰਖ ਨਿਰਵਾਣੀ। ਸਾਧ ਸੰਗ ਜਾਉ ਤੁਮੈ ਮਿਲਾਇਓ, ਤਉ ਸੁਣੀ ਤੁਮਾਰੀ ਬਾਣੀ। ਅਨੰਦ ਭਇਆ ਪੇਖਤ ਹੀ ਨਾਨਕ, ਪਰਤਾਪ ਪੁਰਖ ਨਿਰਵਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗੇ ਅਟਲ ਗੁਰਤਾ ਗੱਦੀ ਤੇ ਵਿਰਾਜਮਾਨ, ਜਾਗਦੀ ਜੋਤ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰ ਰਹੇ ਵਡਭਾਗੀ ਮਾਈ ਭਾਈ ਸਤ ਸੰਗੀ ਜਨੋ, ਅੱਜ ਅੰਮ੍ਰਿਤ ਵੇਲੇ ਜੋ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ ਹੈ, ਪਾਵਨ ਪਵਿੱਤਰ ਹੁਕਮਨਾਮਾ ਆਪ ਜੀ ਨੇ ਸਰਵਨ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਆਓ ਆਪੋ ਆਪਣੀ ਹਾਜ਼ਰੀ ਇੱਕ ਵਾਰੀ ਫਿਰ ਲਵਾਓ। ਦੇਸ਼ ਵਿਦੇਸ਼ ਵਿੱਚ ਸੋਸ਼ਲ ਮੀਡੀਆ ਤੇ ਜੁੜੀਆਂ ਹੋਈਆਂ ਸੰਗਤਾਂ ਔਰ ਗੁਰੂ ਚਰਨਾਂ 'ਚ ਬੈਠੀਆਂ ਸੰਗਤਾਂ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾਂ, ਘਰ ਦੂਜਾ। ਸੋਰਠ ਰਾਗ ਹੈ, ਪੰਜਵੇਂ ਪਾਤਸ਼ਾਹ ਜੀ ਦਾ ਇਹ ਪਾਵਨ ਸ਼ਬਦ ਹੈ। ਦੂਜੇ ਘਰ ਸੁਰ ਤਾਲ ਦੇ ਅੰਦਰ ਇਸ ਨੂੰ ਗਾਉਣ ਦਾ ਹੁਕਮ ਹੈ। ਤੋ ਰਹਾਉ ਦਾ ਬੰਦ ਹੈ, ਮਾਧਵ ਤੂੰ ਠਾਕੁਰ ਸਿਰ ਮੋਰਾ। ਮਾਧਵ ਇਹ ਪ੍ਰਮਾਤਮਾ ਦਾ ਸੰਕੇਤਕ ਨਾਮ ਹੈ, ਕਿਰਿਆਵਾਚਕ ਨਾਮ ਹੈ ਉਸ ਦਾ। ਇਹ ਨਾਮ ਇਸ ਕਰਕੇ ਪਿਆ ਕਿ ਮਾਧਵ ਮਾਇਆ ਦਾ ਉਹ ਆਸਰਾ ਹੈ, ਮਾਇਆ ਉਸ ਦੇ ਆਸਰੇ ਹੈ। ਜਿਵੇਂ ਕੋਈ ਔਰਤ ਆਪਣੇ ਪਤੀ ਦੇ ਆਸਰੇ ਜੀਵਨ ਗੁਜ਼ਾਰਦੀ ਹੈ, ਸਾਰਾ ਕੁਝ ਕਰਦੀ ਹੈ, ਮਾਇਆ ਵੀ ਉਸ ਰੱਬ ਦੇ ਆਸਰੇ ਹੀ ਸਾਰਾ ਕੁਝ ਜਗਤ ਵਿੱਚ ਕਰ ਰਹੀ ਹੈ ਤੇ ਜਗਤ ਨੂੰ ਚਲਾ ਰਹੀ ਹੈ। ਤਾਂ ਹੀ ਬਾਣੀ 'ਚ ਮਹਾਰਾਜ ਜੀ ਨੇ ਲਿਖਿਆ ਹੈ, ਏਕਾ ਮਾਈ ਜਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਤੋ ਇੱਕ ਮਾਈ ਮਾਇਆ ਤੇ ਤਿੰਨ ਉਹਦੇ ਚੇਲੇ ਪੁੱਤਰ, ਜਿਨ੍ਹਾਂ ਵਿੱਚ ਇੱਕ ਸੰਸਾਰੀ ਹੈ, ਸਰੀਰਾਂ ਨੂੰ ਬਣਾਉਣ ਵਾਲਾ, ਸੰਸਾਰ ਨੂੰ ਪੈਦਾ ਕਰਨ ਵਾਲਾ, ਇੱਕ ਭੰਡਾਰੀ, ਇੱਕ ਪਾਲਣਾ ਕਰਨ ਵਾਲਾ, ਪਰਵਰਿਸ਼ ਕਰਨ ਵਾਲਾ, ਤੇ ਇੱਕ ਲਾਏ ਦੀਵਾਨ, ਇੱਕ ਸਰੀਰਾਂ ਨੂੰ ਸੰਭਾਲਣ ਵਾਲਾ, ਭਾਵ ਮਾਰਨ ਵਾਲਾ। ਇੱਕ ਜਨਮ ਦਿੰਦਾ, ਇੱਕ ਪਾਲਦਾ, ਇੱਕ ਮਾਰਦਾ। ਤੋ ਇਹ ਮਾਇਆ ਨੇ ਪੈਦਾ ਕੀਤੇ ਨੇ, ਇਹ ਮਾਇਆ ਵੀ ਜੀਵ ਹੈ ਔਰ ਇਹ ਕਾਲ ਦੇ ਅਧੀਨ ਹੈ। ਇਹ ਵੀ ਕਈ ਵਾਰੀ ਪੈਦਾ ਹੋਏ, ਕਈ ਵਾਰੀ ਮਰੇ। ਬਾਣੀ 'ਚ ਆਪਾਂ ਰੋਜ਼ ਪੜ੍ਹਦੇ ਹਾਂ, ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸ਼ਿਵਜੂ ਅਵਤਾਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ। ਤੋ ਇਹਨਾਂ ਦਾ ਵੀ ਕਈ ਵਾਰੀ ਅੰਤ ਹੋਇਆ। ਗੁਰੂ ਗੋਬਿੰਦ ਸਿੰਘ ਸਾਹਿਬ ਅਕਾਲ ਉਸਤਤ ਬਾਣੀ ਦੇ ਵਿੱਚ ਵੀ ਇੱਕ ਜਗ੍ਹਾ ਲਿਖਦੇ ਨੇ ਕਿ ਜਿਤੇ ਰਾਮ ਹੁਏ ਸਭੈ ਅੰਤ ਮੁਏ, जिते कृष्ण हवै हैं तिते अंत जय हैं। कि एक शिव भये एक गए, एक फिर भये, रामचंद्र कृष्ण के अवतार भी अनेक हैं। महाराज कहते पता नहीं शिव जी किन्ने होए,
और किन्ने गए किन्ने आए, कोई गिनती नहीं। बाणी जिथों तक लिखिया है कि कोट ब्रह्मे जग साजन लाए, कोट महेश उपाय खपाए, कि करोड़ा शिवजी, करोड़ा विष्णु, करोड़ा ब्रह्मा परमात्मा ने पैदा किए और जिन्हां दी ड्यूटी लाई जगत नूं चलाउण दी, संभालण दी, पालण दी। इसलिए ये करिंदे है, अपनी ड्यूटी दे रहे ने, इन्हां नूं रब ना समझे, इन्हां नूं परमात्मा ना किते समझ लियो। ये ड्यूटी कर रहे ने, परमात्मा ने इन्हां नूं पैदा करके अगे ड्यूटी ला दी। पर ये भी कई बारी थिड़के ने, डोले ने, कई बारी रोगी होए है, कई बारी ठीक होए है। ब्रह्मा विष्णु महादेव त्रैगुण रोगी, विच हउमै कार कमाई, जिन किए तिसै न चेतै बपड़े। इते पैदा करने वाले नूं कई बारी आप भुले, ते फिर जदों चोट वजदी है फिर उहनूं याद करदे। जिन कीए तिसै न चेतै बपड़े, हर गुरमुख सोझी पाए। ये केवल गुरमुखां दी संगत चों सतगुरां ने ये सानू सोझी दिती, ज्ञान दिता है। तो हे वाहिगुरु तू ऐसा है, सिरमौर है सारे जगत दा, ते माया दा पति है। इहां उहां तुहारो तोरा, इत्थे उत्थे सानू तेरा ही आसरा, सब जगह तेरा ही आसरा। तेरे तो बिना साडा होर कोई नहीं। तुदनों छोड़ जाइए प्रभ कै धर, आन न बिया तेरी समसर। तेरे वर्गा होर कोई है ही नहीं, तां असीं किवें किसे कोल जाइए। तू ही साडा सारा कुछ है। ते हुण कुछ ओहदे उपकार, ओहदियां रहमतां दा जिक्र बाकी दियां पंक्तियां महाराज करके दसदे ने कि मात गर्भ में आपन सिमरन दे। माता दे गर्भ विच पल रहे मनुख नूं, जीव नूं तू अपना सिमरन दे के, ते सिमरन द्वारा ही ओहदी रक्षा कीती, ओहदी पालना कीती। माता दे गर्भ विच जठर अग्नि है, हर मनुख दे शरीर विच अग है। अग एक तत्त है, ते पंजां तत्तां तो बिना सृष्टि बनती नहीं, कोई शरीर बनता नहीं। इसलिए अग दा तत्त हर शरीर विच है, हर मनुख विच है, इस्त्री पुरुष विच है। कहते उस अग दे विचों वाहिगुरु जी तुसी बचा के रखे, नहीं तो एडा कोमल सोल शरीर बच्चे का, जिन्हों आपां जदों बच्चा जन्म लैंदा ना हथ लाउण तो भी डरदे कि किते इहनूं कोई आँच ना आवे, एडा नरम हुंदा है। कहंदे ने कि ओहदी रखिया तू अग विच कीती, माता के उदर में प्रतपाल करे। प्रतपाल माता उदर राखै, लगन देत ना सेख। सोई स्वामी इहां राखै, बूझ बुध बधेक। मेरे मन नाम की कर टेक, तिसै बूझ जिन तू किया। राखन कौ प्रभ एक, राखो राखन हारे। उस जगह ते तुसी रखिया कीती, पावक सागर अथाह लहर में। तारो तार नहारी,
ਤੇ ਹੁਣ ਜਗਤ ਵਿੱਚ ਜਨਮ ਲਿਆ, ਤੇ ਜਨਮ ਲੈਣ ਤੋਂ ਬਾਅਦ ਕੀ ਹੋਇਆ? ਪਾਵਕ ਸਾਗਰ, ਅੰਦਰ ਉਦਰ ਵਿੱਚ ਜਠਰ ਅੱਗ ਸੀ। ਜੇ ਬਾਹਰ ਆਏ ਹੈ ਤੇ ਇੱਥੇ ਵਿਕਾਰਾਂ ਦੀ ਅੱਗ ਹੈ, ਇੱਥੇ ਆਸਾ ਤ੍ਰਿਸ਼ਨਾ ਦੀ ਅੱਗ ਹੈ। ਔਰ ਇਸ ਅੱਗ ਦੇ ਸਾਗਰ ਵਿੱਚੋਂ ਵੀ ਮਹਾਰਾਜ ਤੁਸੀਂ ਹੀ ਸਾਡੀ ਰੱਖਿਆ ਕਰਨੀ, ਤੁਸੀਂ ਹੀ ਸਾਡੀ ਸਹਾਇਤਾ ਕਰਨੀ। ਤਿਤ ਸਰ ਵਰੜੈ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨੇ ਕੀਆ, ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤੈ ਡੂਬੀਏ ਨੇ। ਅਥਾ ਲਹਿਰ ਮੈਂ ਆਸਾ ਤ੍ਰਿਸ਼ਨਾ ਰੂਪੀ ਬੇਅੰਤ ਲਹਿਰਾਂ ਨੇ, ਤੇ ਕਿਰਪਾ ਕਰਕੇ ਹੱਥ ਦੇ ਕੇ ਤਾਰੋ ਤਾਰਨਹਾਰੇ। ਆਪ ਹੀ ਤਾਰਨਹਾਰ ਹੋ, ਸਾਨੂੰ ਤਾਰ ਲਵੋ। ਰਹਾਉ ਕੀਤੇ ਕਉ ਮੇਰੇ ਸੰਮਾਨੈ, ਕਰਨਹਾਰ ਤ੍ਰਿਣ ਜਾਣੈ। ਰੱਬ ਦੀਆਂ ਪੈਦਾ ਕੀਤੀਆਂ ਦਾਤਾਂ ਨੂੰ ਮਨੁੱਖ ਨੇ ਪਰਬਤ ਦੀ ਤਰ੍ਹਾਂ ਸਮਝ ਲਿਆ। ਇਹ ਤਾਂ ਕਿਤੇ ਜਾਣੀਆਂ ਹੀ ਨਹੀਂ। ਸੁਮੇਰ ਪਰਬਤ ਦੀ ਤਰ੍ਹਾਂ ਸਮਝ ਲਿਆ ਕਿ ਜਿਹਨੇ ਪੈਦਾ ਕੀਤੀਆਂ ਉਸ ਕਰਤੇ ਪੁਰਖ ਨੇ, ਦਾਤੇ ਨੇ, ਜਿਹਨੇ ਦਾਤਾਂ ਦਿੱਤੀਆਂ, ਉਹਨੂੰ ਇਹਨੇ ਇੱਕ ਕੱਖ ਸਮਝ ਲਿਆ, ਕੱਖ ਵਰਗਾ ਹੌਲਾ ਸਮਝ ਲਿਆ। ਤੋਤ ਕਰਨਹਾਰ ਤ੍ਰਿਣ ਜਾਣੈ, ਤ੍ਰਿਣ ਦਾ ਅਰਥ ਹੁੰਦਾ ਕੱਖ, ਤੀਲਾ। ਉਹਨੂੰ ਕੱਖ ਦੀ ਤਰ੍ਹਾਂ ਹੌਲਾ ਸਮਝ ਲਿਆ ਤੇ ਉਹਦੇ ਸੰਸਾਰ ਨੂੰ, ਉਹਦੀਆਂ ਦਾਤਾਂ ਨੂੰ, ਉਹਦੇ ਕੀਤੇ ਹੋਏ ਨੂੰ ਸੁਮੇਰ ਪਰਬਤ ਦੀ ਤਰ੍ਹਾਂ ਅਡੋਲ ਟਿਕਣ ਵਾਲਾ ਸਮਝ ਲਿਆ। ਇਹ ਮਨੁੱਖ ਦੀ ਅਗਿਆਨਤਾ ਸੀ। ਤੂੰ ਦਾਤਾ ਮੰਗਨ ਕਉ ਸਗਲੀ, ਦਾਨ ਦੇਹ ਪ੍ਰਭ ਭਾਨੈ। ਹੇ ਵਾਹਿਗੁਰੂ, ਤੂੰ ਇੱਕ ਨੂੰ ਕਿਹਾ ਜਾਂਦਾ ਹੈ। ਤੂੰ ਇੱਕੋ ਇੱਕ ਹੀ ਦਾਤਾ ਹੈ ਤੇ ਬਾਕੀ ਸਾਰੀ ਸ੍ਰਿਸ਼ਟੀ, ਸਾਰੀ ਦੁਨੀਆ ਤੇਰੇ ਕੋਲੋਂ ਹੀ ਮੰਗਦੀ ਹੈ। ਜਾਚਕ ਅਨੇਕ ਸੋ ਏਕ ਦਵਈਆ। ਜਿਹੜੇ ਸੰਸਾਰ ਵਿੱਚ ਵੱਡੇ ਵੱਡੇ ਦਾਨੀ ਆ ਨਾ, ਤੇ ਆਪਣੇ ਆਪ ਨੂੰ ਦਾਤੇ ਸਮਝਦੇ ਆ, ਉਹ ਵੀ ਤੇਰੇ ਦਰ ਦੇ ਮੰਗਦੇ ਆ, ਉਹ ਵੀ ਤੇਰੇ ਅੱਗੇ ਝੋਲੀਆਂ ਅੱਡਦੇ ਆ, ਉਹ ਵੀ ਤੇਰੇ ਕੋਲੋਂ ਮੰਗਦੇ ਆ। ਤੂੰ ਦਾਤਾ ਮੰਗਨ ਕਉ ਸਗਲੀ, ਦਾਨ ਦੇ ਪ੍ਰਭ ਭਾਨੈ। ਮੰਗਦੇ ਸਾਰੇ ਹੈ, ਪਰ ਦਾਨ ਤੂੰ ਉਹਨਾਂ ਨੂੰ ਦੇਣਾ ਜਿਨ੍ਹਾਂ ਨੂੰ ਤੇਰੀ ਮਰਜ਼ੀ ਹੋਵੇ। ਕੋਈ ਜ਼ਬਰਦਸਤੀ ਤੇਰੇ ਕੋਲੋਂ ਕੁਛ ਨਹੀਂ ਲੈ ਸਕਦਾ, ਕੋਈ ਆਪਣੀ ਚਤਰਾਈ ਨਾਲ ਨਹੀਂ ਲੈ ਸਕਦਾ, ਕੋਈ ਦਿਖਾਵਾ ਕਰਕੇ ਨਹੀਂ ਲੈ ਸਕਦਾ। ਤੂੰ ਜਿਹਨੂੰ ਦਵੇਂਗਾ ਉਹੀ ਲਵੇਗਾ। ਠਾਕੁਰ ਹਾਥ ਵਡਾਈਆਂ, ਜੈ ਭਾਵੈ ਤੈ ਦੇ। ਦਾਤੈ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ। ਕਿਨ ਮੈਂ ਅਵਰ ਕਿਨੈ ਮੈਂ ਅਵਰ, ਅਚਰਜ ਚਲਤ ਤੁਮਾਰੀ। ਹੇ ਵਾਹਿਗੁਰੂ, ਤੂੰ ਖਿਨ ਵਿੱਚ ਕੁਛ ਹੋਰ ਹੁੰਨਾ ਤੇ ਦੂਜੇ ਖਿਨ ਵਿੱਚ ਕੁਛ ਹੋਰ ਹੋ ਜਾਂਦਾ, ਜਾਂ ਇੱਕ ਖਿਨ ਵਿੱਚ ਸੰਸਾਰ ਹੋਰ ਹੁੰਦਾ ਹੈ ਤੇ ਦੂਜੇ ਛਿਨ ਵਿੱਚ ਕੁਛ ਹੋਰ ਬਣ ਜਾਂਦਾ। ਪਤਾ ਹੀ ਨਹੀਂ ਲੱਗਦਾ। ਅੱਖ ਦੇ ਝਮੱਕੇ ਵਿੱਚ ਹੀ ਤੂੰ ਕੀ ਦਾ ਕੀ ਕਰ ਦੇਣਾ। ਹਰਨ ਭਰਨ ਜਾਕਾ ਨੇਤਰ ਹੋਰ, ਤਿਸ ਕਾ ਮੰਤਰ ਨਾ ਜਾਣੈ ਹੋਰ। ਤੇਰੇ ਇਰਾਦੇ ਨੂੰ, ਤੇਰੇ ਮੰਤਰ ਨੂੰ, ਤੇਰੇ ਮਸ਼ਵਰੇ ਨੂੰ ਕੋਈ ਨਹੀਂ ਜਾਣਦਾ ਕਿ ਤੂੰ ਕਿਹੜੇ ਵੇਲੇ ਸੰਸਾਰ ਵਿੱਚ ਕੀ ਕਰ ਦੇਣਾ। ਅਚਰਜ ਚਲਤ ਤੁਮਾਰੇ, ਐਸੇ ਤੇਰੇ ਅਨੋਖੇ ਕੌਤਕ ਹੈ।
ਅਚਰਜ ਕੌਤਕ ਨੇ। ਐਸੇ ਕੌਤਕਾਂ ਦਾ ਵਰਣਨ ਗੁਰਬਾਣੀ ਦੇ ਕਈ ਸ਼ਬਦਾਂ ਵਿੱਚ ਕੀਤਾ, ਤੇ ਹੋਰ ਕੁਝ ਬਿਆਨ ਕਰਨ ਨਾਲੋਂ ਮੈਂ ਸ਼ਬਦ ਹੀ ਬਿਆਨ ਕਰ ਦੇਵਾਂ ਤੇ ਜ਼ਿਆਦਾ ਬੈਟਰ ਰਹੇਗਾ। ਮਹਾਰਾਜ ਬਾਣੀ 'ਚ ਲਿਖਦੇ ਨੇ, ਛੀਹਾਂ ਬਾਜਾਂ ਚਰਗਾ ਕੂਹੀਆਂ ਇਹਨਾਂ ਖਵਾਲੇ ਘਾਹ, ਘਾਹ ਖਾਨ ਤਿਨਾ ਮਾਸ ਖਵਾਲੇ ਇਹ ਚਲਾਏ ਰਾਹ। ਹੁਣ ਇਹ ਜਿਹੜਾ ਕੌਤਕ ਹੈ ਕੋਈ ਮਨੁੱਖ ਨਹੀਂ ਕਰ ਸਕਦਾ, ਕੋਈ ਦੁਨੀਆ ਦੀ ਤਾਕਤ ਨਹੀਂ ਕਰ ਸਕਦੀ, ਕੋਈ ਹਕੂਮਤ ਨਹੀਂ ਕਰ ਸਕਦੀ, ਇਹ ਸਿਰਫ ਇੱਕ ਰੱਬ ਕਰ ਸਕਦਾ। ਕੀ ਕੌਤਕ ਹੈ ਜੀ? ਛੀਹਾਂ ਬਾਜਾਂ ਚਰਗਾ ਕੂਹੀਆਂ, ਇਹ ਸਾਰੇ ਜੀਵ ਮਾਸਾਹਾਰੀ, ਇਹ ਮਾਸ ਤੋਂ ਬਿਨਾਂ ਕੁਛ ਨਹੀਂ ਖਾਂਦੇ। ਸ਼ੇਰ, ਕੂਹੀਆਂ, ਬਾਜ, ਚਰਗਾ ਇਹ ਮਾਸ ਖਾਣ ਵਾਲੇ ਨੇ। ਪਰ ਜੇ ਪ੍ਰਮਾਤਮਾ ਚਾਹੇ ਤਾਂ ਇਹਨਾਂ ਖਵਾਲੇ ਘਾਹ, ਉਹ ਇਹਨਾਂ ਨੂੰ ਹਰਿਆ ਘਾਹ ਵੀ ਖਵਾ ਸਕਦਾ, ਪਰ ਇਹ ਪ੍ਰਮਾਤਮਾ ਖਵਾ ਸਕਦਾ, ਅਸੀਂ ਨਹੀਂ ਖਵਾ ਸਕਦੇ। ਘਾਹ ਖਾਨ ਤਿਨਾ ਮਾਸ ਖਵਾਲੇ, ਤੇ ਜੋ ਪ੍ਰਮਾਤਮਾ ਚਾਹੇ ਤੇ ਘਾਹ ਖਾਣ ਵਾਲੇ ਪਸ਼ੂਆਂ ਨੂੰ, ਸ਼ਾਕਾਹਾਰੀਆਂ ਨੂੰ ਉਹ ਮਾਸ ਖਵਾ ਦੇਵੇ, ਉਹ ਮਾਸਾਹਾਰੀ ਬਣਾ ਦੇਵੇ। ਅਸੀਂ ਸ਼ਾਕਾਹਾਰੀ ਨੂੰ ਮਾਸਾਹਾਰੀ ਨਹੀਂ ਬਣਾ ਸਕਦੇ, ਅਸੀਂ ਮਾਸਾਹਾਰੀ ਜੀਵਾਂ ਨੂੰ ਸ਼ਾਕਾਹਾਰੀ ਨਹੀਂ ਬਣਾ ਸਕਦੇ, ਪਰ ਪ੍ਰਮਾਤਮਾ ਬਣਾ ਸਕਦਾ, ਜਾਂ ਗੁਰੂ ਜੀ ਬਣਾ ਸਕਦੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਵਿੱਚੋਂ ਇੱਕ ਗੱਲ ਮੇਰੇ ਧਿਆਨ ਵਿੱਚ ਆਈ ਕਿ ਜਦੋਂ ਮਹਾਰਾਜ ਜੀ ਨੰਦੇੜ ਜਾ ਰਹੇ ਸਨ ਤੇ ਰਸਤੇ ਵਿੱਚ ਦਾਦੂ ਦੁਆਰੇ ਗਏ। ਦਾਦੂ ਦੁਆਰੇ ਦਾ ਜਿਹੜਾ ਮਹੰਤ ਸੀ, ਉਹਨੇ ਮਹਾਰਾਜ ਜੀ ਦਾ ਲੰਗਰ ਕੀਤਾ, ਬੇਨਤੀ ਕੀਤੀ ਜੇ ਇੱਕ ਟਾਈਮ ਦਾ ਪ੍ਰਸ਼ਾਦਾ ਦਾਦੂ ਦੁਆਰੇ ਛਕਣ ਦੀ ਕਿਰਪਾਲਤਾ ਕਰ। ਮਹਾਰਾਜ ਨੇ ਬੇਨਤੀ ਪ੍ਰਵਾਨ ਕਰ ਲਈ। ਉਹਨੇ ਸ਼ਾਕਾਹਾਰੀ ਲੰਗਰ ਤਿਆਰ ਕੀਤਾ, ਸਭ ਨੇ ਛਕਿਆ, ਤੇ ਮਹਾਰਾਜ ਕਹਿੰਦੇ ਨੇ ਵੀ ਅਸੀਂ ਤੇ ਛਕ ਲਿਆ, ਸਾਡੇ ਬਾਜ ਕੀ ਖਾਣ, ਸਾਡੇ ਬਾਜ ਭੁੱਖੇ, ਇਹਨਾਂ ਨੂੰ ਵੀ ਖਵਾ। ਕਹਿੰਦਾ ਜੀ ਵੇਖੋ ਮੈਂ ਆ ਸ਼ਾਕਾਹਾਰੀ ਤੇ ਮਾਸ ਤੇ ਮੇਰੇ ਕੋਲ ਹੈ ਕੋਈ ਨਹੀਂ, ਤੁਸੀਂ ਸਮਰੱਥ ਹੋ, ਤੁਸੀਂ ਇਹਨਾਂ ਨੂੰ ਆਖੋ ਕਿ ਅੱਜ ਦਾ ਦਿਨ ਮਾਸ ਨਾ ਖਾਣ, ਇਹ ਵੈਸ਼ਨੋ ਭੋਜਨ ਕਰ ਲੈਣ, ਸ਼ਾਕਾਹਾਰੀ ਬਣ ਜਾਣ। ਉਸ ਮਹੰਤ ਦੇ ਪ੍ਰੇਮ ਨੂੰ ਵੇਖ ਕੇ, ਸ਼ਰਧਾ ਨੂੰ ਵੇਖ ਕੇ ਗੁਰੂ ਸਾਹਿਬ ਕਹਿੰਦੇ ਬਾਜੋ ਅੱਜ ਤੁਹਾਨੂੰ ਮਾਸ ਨਹੀਂ ਜੇ ਮਿਲਣਾ, ਅੱਜ ਤੁਹਾਨੂੰ ਸ਼ਾਕਾਹਾਰੀ ਭੋਜਨ ਕਰਨਾ ਪੈਣਾ। ਇਹਨਾਂ ਕਹਿ ਕੇ ਮਹਾਰਾਜ ਕਹਿੰਦੇ ਮਹੰਤ ਜੀ ਦਿਓ ਇਹਨਾਂ ਨੂੰ ਸ਼ਾਕਾਹਾਰੀ ਭੋਜਨ। ਉਹਨੇ ਜੋ ਬਾਜਰਾ, ਜਵਾਰ, ਛੋਲੇ ਸ਼ਾਕਾਹਾਰੀ ਭੋਜਨ ਲਿਆ ਕੇ ਬਾਜਾਂ ਨੂੰ ਪਾ ਦਿੱਤਾ ਤੇ ਬਾਜਾਂ ਨੇ ਛਕ ਲਿਆ। ਇਹ ਕੌਣ ਕਰ ਸਕਦਾ? ਕੇਵਲ ਸਮਰੱਥ ਗੁਰੂ ਕਰ ਸਕਦਾ ਜਾਂ ਪ੍ਰਮਾਤਮਾ ਕਰ ਸਕਦਾ। ਨਹੀਂ ਤਾਂ ਇਹ ਜਿਹੜੇ ਜਾਨਵਰ ਹੈ, ਛੀਹਾਂ ਬਾਜਾਂ ਚਰਗਾ ਕੂਹੀਆਂ, ਇਹ ਕਦੇ ਸ਼ਾਕਾਹਾਰੀ ਭੋਜਨ ਨਹੀਂ ਕਰਦੇ, ਭੁੱਖੇ ਮਰ ਜਾਣਗੇ ਪਰ ਕਦੇ ਹਰਿਆ ਨਹੀਂ ਖਾਣਗੇ, ਸ਼ਾਕਾਹਾਰੀ ਨਹੀਂ ਖਾਣਗੇ। ਪਰ ਜੇ ਪ੍ਰਮਾਤਮਾ ਚਾਹੇ ਤੇ ਕਰ ਵੀ ਸਕਦੇ। ਖਿਨ ਮੈਂ ਅਵਰ ਖਿਨੈ ਮੈਂ ਅਵਰਾ, ਅਚਰਜ ਚਲਤ ਤੁਮਾਰੇ, ਰੂੜੋ ਗੂੜੋ ਗੈਰ ਗੰਭੀਰੋ, ਉੱਚਾ ਅਗਮਾ ਪਾਰੇ। ਤੋ ਵਾਹਿਗੁਰੂ ਇਸ ਤਰ੍ਹਾਂ ਉੱਚਾ ਹੈ, ਗੂੜ ਹੈ, ਗੈਰ ਹੈ, ਗੰਭੀਰ ਹੈ,
ਗੈਰ ਡੂੰਘਾ ਗੰਭੀਰ ਨਿਰਹਲ ਹੈ। ਅਗਮ ਮਨ ਦੀ ਗਮਤਾ ਤੋਂ ਪਰੇ ਹੈ, ਪ੍ਰਕਿਰਤੀ ਤੋਂ ਰਹਿਤ ਹੈ। ਸਾਧ ਸੰਗ ਜੋ ਤੁਮੈ ਮਿਲਾਇਓ, ਤਉ ਸੁਣੀ ਤੁਮਾਰੀ ਬਾਣੀ। ਜਦੋਂ ਤੁਸੀਂ ਸਾਧ ਸੰਗਤ ਵਿੱਚ ਸਾਨੂੰ ਮਿਲਾਇਆ, ਫਿਰ ਅਸੀਂ ਤੁਹਾਡੀ ਗੁਰਬਾਣੀ ਨੂੰ ਸਮਝਿਆ। ਗੁਰਬਾਣੀ ਉਸ ਪ੍ਰਤਾਪ ਪੁਰਖ ਨਿਰਵਾਣੀ ਜੋ ਬੰਧਨਾਂ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜਾਂ ਉਹਦੇ ਪਿਆਰੇ ਹੈ, ਤਾਂ ਉਹਨਾਂ ਦੀ ਸਾਧ ਸੰਗਤ ਵਿੱਚੋਂ ਇਹ ਸਾਰੀ ਦਾਤ ਪ੍ਰਾਪਤ ਹੁੰਦੀ ਹੈ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਸਮੂਹ ਸਾਧ ਸੰਗਤ ਦੀ ਹਾਜ਼ਰੀ, ਗੁਰੂ ਦਰ ਪ੍ਰਵਾਨ ਹੋਵੇ। ਕਰੋ ਗੁਰੂ ਫਤਿਹ ਸਾਂਝੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋਂ ਕੱਲ ਨੂੰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬੰਦੀ ਛੋੜ ਦਿਵਸ ਹੈ, ਔਰ ਨਾਲ ਹੀ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹਰ ਦੀਵਾਲੀ ਤੇ ਨਾਲ ਇਹਦਾ ਜ਼ਿਕਰ ਆਉਂਦਾ ਹੈ। ਫਿਰ ਨਾਲ ਹੀ ਕੱਲ ਬਾਬਾ ਦੀਪ ਸਿੰਘ ਜੀ ਸ਼ਹੀਦ, ਉਹਨਾਂ ਦਾ ਵੀ ਸ਼ਹੀਦੀ ਦਿਹਾੜਾ ਹੈ, ਔਰ ਨਾਲ ਹੀ ਦੀਵਾਲੀ ਦਾ ਤਿਉਹਾਰ ਵੀ ਸੰਸਾਰ ਵਿੱਚ ਦੁਨੀਆ ਵਿੱਚ ਮਨਾਇਆ ਜਾਂਦਾ ਹੈ। ਪਰ ਗੁਰੂ ਘਰ ਵਿੱਚ ਆਪਾਂ ਇਹ ਤਿੰਨੇ ਇਤਿਹਾਸ ਥੋੜੇ ਥੋੜੇ ਸਾਂਝੇ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਜੀ ਕੀ ਫਤਿਹ।